Good morning, students. Today we will do general profitability ratios. First ratio is gross profit ratio. Gross profit ratio is equal to GP upon net sales into 100. We know that GP can be calculated through COGS, means COGS sales minus COGS, it is equal to GP. So we can say that GP upon net sales into 100. In this illustration, total sales 5,20,000 rupees, sales return 20,000, cost of goods sold 4 lakh rupees. Then gross profit ratio is equal to GP upon net sales into 100. Net sales means total sales minus sales return. So after calculating net sales, we can calculate gross profit. How? Net sales minus COGS is equal to gross profit. Means देखो ਆਪਾਂ ਨੂੰ ਕੀ ਚਾਹੀਦਾ, ਗਰੋਸ ਪ੍ਰੋਫਿਟ ਰੇਸ਼ੋ ਚਾਹੀਦੀ ਹੈ। ਗਰੋਸ ਪ੍ਰੋਫਿਟ ਰੇਸ਼ੋ ਦੇ ਲਈ ਆਪਾਂ ਨੂੰ ਕੀ ਚਾਹੀਦਾ, ਗਰੋਸ ਪ੍ਰੋਫਿਟ ਚਾਹੀਦਾ। ਹੁਣ ਆਪਣੇ ਕੋਲ ਗਰੋਸ ਪ੍ਰੋਫਿਟ ਡਾਇਰੈਕਟ ਗਿਵਨ ਹੈ ਨਹੀਂ, ਬਟ ਆਪਣੇ ਕੋਲ ਸੇਲਸ ਵੀ ਹੈਗੀਆਂ ਨੇ ਅਤੇ COGS ਵੀ ਹੈਗਾ। ਤਾਂ ਆਪਾਂ ਸਭ ਤੋਂ ਪਹਿਲਾਂ ਤਾਂ ਕੀ ਕਰਾਂਗੇ, ਟੋਟਲ ਸੇਲਸ ਮਾਈਨਸ ਸੇਲਸ ਰਿਟਰਨ ਕਰਕੇ ਨੈਟ ਸੇਲਸ ਕੈਲਕੂਲੇਟ ਕਰਾਂਗੇ। ਉਸ ਤੋਂ ਬਾਅਦ ਆਪਾਂ ਕੀ ਕੈਲਕੂਲੇਟ ਕਰਾਂਗੇ, ਗਰੋਸ ਪ੍ਰੋਫਿਟ। ਹੁਣ ਗਰੋਸ ਪ੍ਰੋਫਿਟ ਦਾ ਫਾਰਮੂਲਾ ਕੀ ਹੈ ਆਪਣੇ ਕੋਲ, ਨੈਟ ਸੇਲਸ ਮਾਈਨਸ COGS। ਤਾਂ ਆਪਣੇ ਕੋਲ ਕੀ ਆ ਗਿਆ, ਗਰੋਸ ਪ੍ਰੋਫਿਟ ਆ ਗਿਆ। ਨੈਟ ਸੇਲਸ ਹੈਗੇ ਨੇ ਤਾਂ ਕਿਹੜੀ ਰੇਸ਼ੋ ਆ ਗਈ, ਗਰੋਸ ਪ੍ਰੋਫਿਟ ਰੇਸ਼ੋ ਆ ਗਈ। ਨੈਕਸਟ ਇਜ਼ ਆਪਰੇਟਿੰਗ ਰੇਸ਼ੋ। ਆਪਰੇਟਿੰਗ ਰੇਸ਼ੋ ਸੇਮ, ਆਪਰੇਟਿੰਗ ਕਾਸਟ ਅਪੋਨ ਨੈਟ ਸੇਲਸ ਇਨਟੂ 100। ਆਪਰੇਟਿੰਗ ਕਾਸਟ ਮੀਨਸ ਕਿਹੜੀ ਕਾਸਟ ਹੋਏਗੀ, COGS ਪਲੱਸ ਆਪਰੇਟਿੰਗ ਐਕਸਪੈਂਸਿਸ। Next is operating profit ratio. Operating profit ratio means operating profit upon net sales into 100। ਹੁਣ ਜੇ ਆਪਾਂ operating profit ਕੈਲਕੂਲੇਟ ਕਰਨਾ ਤਾਂ ਇਸ ਲਈ ਆਪਾਂ ਨੂੰ ਕੀ ਚਾਹੀਦਾ, ਸੇਲਸ ਦੇ ਵਿੱਚ ਆਪਾਂ ਨੇ COGS ਮਾਈਨਸ ਕੀਤਾ ਤਾਂ GP ਆ ਜਾਂਦਾ, ਬਟ ਆਪਾਂ ਨੂੰ ਕੀ ਚਾਹੀਦਾ, ਆਪਰੇਟਿੰਗ ਪ੍ਰੋਫਿਟ ਚਾਹੀਦਾ। ਮਤਲਬ ਸਾਰੇ ਆਪਰੇਟਿੰਗ ਐਕਸਪੈਂਸਿਸ ਦੀ ਇਨਕਲੂਜਨ ਅਤੇ ਐਕਸਕਲੂਜਨ ਤੋਂ ਬਾਅਦ ਤਾਂ ਸੇਲਸ ਮਾਈਨਸ COGS ਪਲੱਸ ਐਡਮਿਨ ਆਫਿਸ ਐਕਸਪੈਂਸਿਸ। ਐਡਮਿਨ ਆਫਿਸ ਕਿਹੜੇ ਹੁੰਦੇ ਨੇ, ਸਟੇਸ਼ਨਰੀ ਐਕਸਪੈਂਸਿਸ ਪਲੱਸ ਸੈਲਿੰਗ ਐਂਡ ਡਿਸਟਰੀਬਿਊਸ਼ਨ। ਤਾਂ ਆਪਣੇ ਕੋਲ ਕੀ ਆ ਜਾਏਗਾ, ਆਪਰੇਟਿੰਗ ਪ੍ਰੋਫਿਟ ਆ ਜਾਏਗਾ। ਨੈਕਸਟ ਇਜ਼ ਐਕਸਪੈਂਸ ਰੇਸ਼ੋ। ਆਪਾਂ ਨੂੰ ਜਿਸ ਟਾਈਪ ਦਾ ਐਕਸਪੈਂਸ ਚਾਹੀਦਾ ਆਪਾਂ ਉਸ ਟਾਈਪ ਦੀ ਹੀ ਰੇਸ਼ੋ ਕੈਲਕੂਲੇਟ ਕਰਾਂਗੇ। ਲਾਈਕ ਜੇ ਆਪਾਂ ਨੂੰ COGS ਰੇਸ਼ੋ ਚਾਹੀਦੀ ਹੈ ਤਾਂ ਆਪਾਂ COGS ਕਰਾਂਗੇ, ਜੇ ਆਪਾਂ ਨੂੰ ਐਡਮਿਨ ਐਕਸਪੈਂਸ ਰੇਸ਼ੋ ਚਾਹੀਦੀ ਹੈ ਤਾਂ ਆਪਾਂ ਐਡਮਿਨ ਐਕਸਪੈਂਸ ਰੇਸ਼ੋ ਕਰਾਂਗੇ। ਨੈਕਸਟ ਰੇਸ਼ੋ ਹੈ ਨੈਟ ਪ੍ਰੋਫਿਟ। ਤਾਂ ਨੈਟ ਪ੍ਰੋਫਿਟ ਅਪੋਨ ਸੇਲਸ ਇਨਟੂ 100। ਜਿਹੜੀਆਂ ਪ੍ਰੋਫਿਟੇਬਿਲਿਟੀ ਰੇਸ਼ੋਜ਼ ਨੇ ਨਾ, ਇਹ ਬਿਲਕੁਲ ਈਜ਼ੀ ਰੇਸ਼ੋਜ਼ ਨੇ। ਕਿਵੇਂ, ਜੇ ਤਾਂ ਆਪਾਂ ਨੂੰ ਦੇਖੋ GP ਰੇਸ਼ੋ ਚਾਹੀਦੀ ਤਾਂ ਆਪਾਂ GP ਅਪੋਨ ਸੇਲਸ ਕਰ ਲਵਾਂਗੇ, ਜੇ NP ਚਾਹੀਦਾ NP ਅਪੋਨ ਸੇਲਸ ਕਰ ਲਵਾਂਗੇ, ਜੇ OP ਚਾਹੀਦਾ OP ਅਪੋਨ ਸੇਲਸ ਕਰ ਲਵਾਂਗੇ ਇਨਟੂ 100। ਤਾਂ ਨੈਕਸਟ ਰੇਸ਼ੋ ਇਜ਼ ਕੈਸ਼ ਪ੍ਰੋਫਿਟ ਰੇਸ਼ੋ। ਕੈਸ਼ ਪ੍ਰੋਫਿਟ ਅਪੋਨ ਨੈਟ ਸੇਲਸ ਇਨਟੂ 100। ਇਹਨਾਂ ਦੇ ਇਲਸਟ੍ਰੇਸ਼ਨਸ ਬਿਲਕੁਲ ਈਜ਼ੀ ਨੇ, ਤੁਸੀਂ ਇਹਨਾਂ ਨੂੰ ਟਰਾਈ ਕਰਕੇ ਵੇਖ ਲਿਓ। ਜੋ ਇਲਸਟ੍ਰੇਸ਼ਨ 37 ਹੈ, ਫੁੱਲ ਫਲੈਜ ਇਲਸਟ੍ਰੇਸ਼ਨ। ਇਸ ਦੇ ਵਿੱਚ ਸਾਰੇ ਹੀ ਜਿਹੜੇ ਫਾਰਮੂਲਾਜ਼ ਨੇ, ਸਾਰੀਆਂ ਟਾਈਪਸ ਨੇ ਜਿਹੜੀਆਂ ਪ੍ਰੋਫਿਟੇਬਿਲਿਟੀ ਰੇਸ਼ੋਜ਼ ਦੀਆਂ ਉਹ ਕਵਰ ਹੁੰਦੀਆਂ ਨੇ। ਤਾਂ 37th 8th ਵਾਲੀ ਇਲਸਟ੍ਰੇਸ਼ਨਸ ਟਰਾਈ ਕਰ ਲਿਓ। ਨੈਕਸਟ ਟੋਪਿਕ ਹੈ ਆਪਣਾ ਓਵਰਆਲ ਪ੍ਰੋਫਿਟੇਬਿਲਿਟੀ ਰੇਸ਼ੋਜ਼। ਜਿਹੜੀਆਂ ਹੁਣ ਆਪਾਂ ਨੇ GP NP OP ਇਹ ਵਾਲੀਆਂ ਰੇਸ਼ੋ ਕੀਤੀਆਂ ਨੇ, ਇਹ ਜਨਰਲ ਪ੍ਰੋਫਿਟੇਬਿਲਿਟੀ ਰੇਸ਼ੋਜ਼ ਨੇ। ਅਤੇ ਜੇ ਆਪਾਂ ਗੱਲ ਕਰੀਏ ਓਵਰਆਲ ਪ੍ਰੋਫਿਟੇਬਿਲਿਟੀ ਰੇਸ਼ੋਜ਼ ਦੀਆਂ ਤਾਂ ਉਹ ਕਿਹੜੀਆਂ ਰੇਸ਼ੋਜ਼ ਨੇ, ਰਿਟਰਨ ਔਨ ਸ਼ੇਅਰ ਹੋਲਡਰਸ ਫੰਡ, ਰਿਟਰਨ ਔਨ ਇਕੁਇਟੀ EPS, ਰਿਟਰਨ ਔਨ ਕੈਪੀਟਲ ਇੰਪਲਾਇਡ, ਇਹ ਸਾਰੀਆਂ ਕੀ ਨੇ, ਓਵਰਆਲ ਪ੍ਰੋਫਿਟੇਬਿਲਿਟੀ ਰੇਸ਼ੋਜ਼ ਨੇ। ਫਸਟ ਰੇਸ਼ੋ ਦੇਖੋ, ਰਿਟਰਨ ਔਨ ਸ਼ੇਅਰ ਹੋਲਡਰਸ ਇਨਵੈਸਟਮੈਂਟ। ਤਾਂ ਫਾਰਮੂਲਾ ਕੀ ਹੋਏਗਾ, ਦਾ ਨੈਟ ਪ੍ਰੋਫਿਟ ਆਫਟਰ ਇੰਟਰਸਟ ਐਂਡ ਟੈਕਸ ਅਪੋਨ ਸ਼ੇਅਰ ਹੋਲਡਰਸ ਫੰਡ। ਸ਼ੇਅਰ ਹੋਲਡਰ ਫੰਡ ਦੇ ਵਿੱਚ ਕੀ ਕੁਛ ਇਨਕਲੂਡ ਹੁੰਦਾ, ਆਪਣਾ ਸ਼ੇਅਰ ਕੈਪੀਟਲ, ਪ੍ਰੈਫਰੈਂਸ ਸ਼ੇਅਰ ਕੈਪੀਟਲ, ਰਿਜ਼ਰਵ ਕੈਪੀਟਲ, ਦੇ ਰਿਟੇਨਡ ਅਰਨਿੰਗਸ ਅਤੇ ਟੈਕਸ। ਸੋ ਨੈਟ ਪ੍ਰੋਫਿਟ ਆਪਾਂ ਕਿਸ ਤਰ੍ਹਾਂ ਕੈਲਕੂਲੇਟ ਕਰ ਸਕਦੇ ਹਾਂ, ਨੈਟ ਪ੍ਰੋਫਿਟ ਆਫਟਰ ਇੰਟਰਸਟ ਐਂਡ ਟੈਕਸ। ਤਾਂ ਇਹਦੀ ਇਲਸਟ੍ਰੇਸ਼ਨ ਦੇਖੋ 40th। ਇਸ ਦੇ ਵਿੱਚ ਆਪਾਂ ਨੂੰ ਕੀ ਚਾਹੀਦਾ, ਨੈਟ ਪ੍ਰੋਫਿਟ ਆਫਟਰ ਟੈਕਸ ਚਾਹੀਦਾ ਹੈ। ਸੈਕਿੰਡ ਸਾਈਡ ਆਪਾਂ ਨੂੰ ਕੀ ਚਾਹੀਦਾ, ਸ਼ੇਅਰ ਹੋਲਡਰਸ ਫੰਡ ਚਾਹੀਦੇ ਨੇ। ਤਾਂ ਸ਼ੇਅਰ ਹੋਲਡਰ ਫੰਡ ਕੈਲਕੂਲੇਟ ਕਰਾਂਗੇ ਆਪਾਂ ਸਭ ਤੋਂ ਪਹਿਲਾਂ। ਸ਼ੇਅਰ ਹੋਲਡਰ ਫੰਡ ਦੇ ਵਿੱਚ ਮੈਂ ਤੁਹਾਨੂੰ ਕੀ ਦੱਸਿਆ ਹੋਇਆ ਕਿ ਕੀ ਕੁਛ ਇਨਕਲੂਡ ਹੁੰਦਾ, ਇਕੁਇਟੀ ਕੈਪੀਟਲ, ਪ੍ਰੈਫਰੈਂਸ ਕੈਪੀਟਲ, ਕੋਈ ਰਿਜ਼ਰਵ ਸਰਪਲਸ ਹੈ ਅਤੇ ਕੋਈ ਰਿਟੇਨਡ ਅਰਨਿੰਗਸ ਜ਼ੋਨ, ਉਹ ਸਾਰੇ ਕੀ ਹੁੰਦੇ ਨੇ, ਇੱਥੇ ਐਡ ਹੁੰਦੇ ਨੇ। ਤਾਂ ਸ਼ੇਅਰ ਹੋਲਡਰ ਫੰਡ ਦੇ ਵਿੱਚ ਆਪਾਂ ਨੂੰ ਇਕੁਇਟੀ ਗਿਵਨ ਹੈ 2 ਲੱਖ ਰੁਪੀਜ਼ ਦੀ, ਪ੍ਰੈਫਰੈਂਸ ਗਿਵਨ ਹੈ 1 ਲੱਖ ਰੁਪੀਜ਼ ਦਾ, ਅਤੇ ਰਿਜ਼ਰਵ ਐਂਡ ਸਰਪਲਸ ਨੇ 1 ਲੱਖ ਰੁਪੀਜ਼ ਦੀ। ਤਾਂ 3 ਲੱਖ ਰੁਪੀਜ਼ ਦੀ ਕੀ ਹੈ ਆਪਣੇ ਕੋਲ ਇੱਥੇ ਸ਼ੇਅਰ ਹੋਲਡਰ ਦੀ ਇਨਵੈਸਟਮੈਂਟ ਹੈ। ਉਸ ਤੋਂ ਇਲਾਵਾ ਆਪਾਂ ਨੂੰ ਕੀ ਗਿਵਨ ਹੈ ਕੁਐਸਚਨ ਦੇ ਵਿੱਚ, 4 ਲੱਖ ਰੁਪੀਜ਼ ਦਾ ਟੋਟਲ ਹੋ ਗਏ ਸ਼ੇਅਰ ਹੋਲਡਰ ਫੰਡ ਦੇ। ਅਤੇ ਆਪਾਂ ਨੂੰ ਕੀ ਚਾਹੀਦਾ, ਨੈੱਟ ਪ੍ਰੋਫਿਟ ਆਫਟਰ ਟੈਕਸ ਚਾਹੀਦਾ। ਤਾਂ ਆਪਣੇ ਕੋਲ ਕੀ ਹੈ, ਨੈੱਟ ਪ੍ਰੋਫਿਟ ਬਿਫੋਰ ਟੈਕਸ ਹੈ। ਤਾਂ ਬਿਫੋਰ ਇੰਟਰਸਟ ਐਂਡ ਟੈਕਸ ਕਿੰਨਾ ਹੈ, 1 ਲੱਖ ਰੁਪੀਜ਼। ਇੰਟਰਸਟ ਚਾਰਜਸ ਕਿੰਨੇ ਦੇ ਨੇ, 1,50,000 ਦੇ। ਟੈਕਸ ਕਿੰਨਾ ਹੈ, 50% ਹੈ। ਤਾਂ ਆਪਾਂ ਨੂੰ ਕੀ ਚਾਹੀਦਾ ਹੁਣ ਇੱਥੇ, ਆਫਟਰ ਟੈਕਸ ਕਿਵੇਂ ਕੈਲਕੂਲੇਟ ਕਰ ਸਕਦੇ ਆਪਾਂ, ਬਿਫੋਰ ਤਾਂ 150 ਹੈ,
माइनस करांगे आपां 30,000 का इंटरस्ट किन्ने आ गए 120, 50% आपां की कर दांगे इसका इनकम टैक्स कैलकुलेट करांगे तो 50% अपने कोल किन्ना आ गया 60,000 तो आफ्टर टैक्स किन्ना रिमेनिंग अपने कोल नैट प्रॉफिट इज इक्वल टू 60,000 रुपीज़। नैक्सट रिटर्न ऑन इक्विटी हूँ आप रिटर्न ऑन शेयर होल्डर फंड तो इक्विटी के की चाहिए ओनली इक्विटी शेयर कैपिटल चाहिए हूँ आप इक्विटी प्लस प्रैफरेंस इदा का कुछ नहीं करेंगे आपको सिर्फ इक्विटी कैपिटल चाहिए तो आपको क्वेश्चन के किन्ने की गिवन है इक्विटी कैपिटल 80,000 की है। उस तो बाद आपको की चाहिए नैट प्रॉफिट आफ्टर टैक्स चाहिए तो आप आफ्टर टैक्स सेम कैलकुलेशन इसदियाँ कर लवेंगे। नैक्सट अपने को रेशो है EPS रेशो अर्निंग्स पर शेयर रेशो तो इसका फॉर्मूला की होएगा अपॉन दे नंबर ऑफ इक्विटी शेयर्स ही रहने दैन नैट प्रॉफिट आफ्टर टैक्स माइनस प्रैफरेंस डिविडेंड दैन रिटर्न ऑन कैपिटल इंप्लॉयड एक होंगी ग्रॉस तो एक होंगी नैट ग्रॉस के टोटल करंट एसेट्स तो करंट लाइबिलिटीज़ होंगे ने बट जे आप गल करें नैट की तो ओनली करंट एसेट्स तो अपनी ग्रॉस कैपिटल इंप्लॉयड तो नैट कैपिटल इंप्लॉयड ग्रॉस के देखो फिक्सड प्लस करंट ने बट नैट के ने ओनली करंट ने। नैक्सट रेशो करांगे रिटर्न ऑन एसेट्स तो किहड़े एसेट्स चाहिए अपन टैंजीबल चाहिए ने टोटल चाहिए ने फिक्स एसेट्स चाहिए ने ਆਪਾਂ ਇਹਨੂੰ ਕੀ ਕਰਾਂਗੇ ਅਪੋਨ ਦੇ ਵਿੱਚ ਰੱਖਾਂਗੇ ਕਿਉਂਕਿ ਆਪਾਂ ਨੂੰ ਚਾਹੀਦਾ ਰਿਟਰਨ ਔਨ ਐਸੈਟਸ ਤਾਂ ਐਵਰੇਜ ਟੋਟਲ ਐਸੈਟਸ ਵੀ ਹੋ ਸਕਦੇ ਨੇ ਐਵਰੇਜ ਟੈਂਜੀਬਲ ਐਸੈਟਸ ਵੀ ਹੋ ਸਕਦੇ ਨੇ ਫਿਕਸਡ ਵੀ ਹੋ ਸਕਦੇ ਨੇ ਤੇ ਕਰੰਟ ਵੀ ਹੋ ਸਕਦੇ ਨੇ ਤਾਂ ਜਿਹੜੇ ਤੁਹਾਨੂੰ ਬੈਲੈਂਸ ਸ਼ੀਟ ਦੇ ਵਿੱਚ ਗਿਵਨ ਹੋਣਗੇ ਤੁਸੀਂ ਉਹਨਾਂ ਹੀ ਐਸੈਟਸ ਨੂੰ ਬੇਸ ਮੰਨ ਕੇ ਇਸ ਦੀ ਕੈਲਕੂਲੇਸ਼ਨਸ ਕਰੋਗੇ किस दे नाल करोगे नैट प्रॉफिट आफ्टर टैक्स के नाल हुण बिफोर तो आफ्टर कैलकुलेशन तुहानूं करवा दित्तियां ने तां सारे चीज़ां इहदे विच की करने तुसीं एक्सक्लूड करने ने नैट प्रॉफिट आफ्टर टैक्स चाहिए तो नैट सेल्स किन्ने दियां ने 275 दियां ने प्रॉफिट ऑन सेल्स किन्ना 4% है तो उसको मल्टीप्लाई करोगे 4% नाल 11,000 की आ गया इत्थे नैट प्रॉफिट आ गया। नैक्सट अपने कोल की है कैपिटल इंप्लॉयड है। नैक्सट रेशो है कैपिटल टर्नओवर रेशोस कैपिटल टर्नओवर रेशो का फॉर्मूला की है COGS अपॉन कैपिटल इंप्लॉयड तो COGS तुहानूं जे नहीं गिवन होंदी क्वेश्चन तो कैलकुलेट करनी आती है क्योंकि सेल्स माइनस COGS इज इक्वल टू GP तो GP तो सेल्स आप COGS भी कैलकुलेट कर सकते हैं तो COGS अपॉन कैपिटल इंप्लॉयड किस का फॉर्मूला कैपिटल टर्नओवर रेशोज है तो इस दी मैक्सीमम टू मैक्सीमम इलस्ट्रेशन हर एक टाइप दी तुसीं ट्राई कर लियो। आप नैक्सट क्लास के करांगे इंटर रिलेशनशिप रेशोज। थैंक यू।